फतेह। चबर छतर तख्त दे मालक, जुग जुग अटल श्री गुरु ग्रंथ साहिब सच्चे पातशाह सतगुरां दी पवित्र हजूरी विच जुड़ मिल बैठी सरबत साध संगत जी, आप सब अत्यंत वडभागे हो जो निता प्रति दे तरह अमृत वेले दीवाना दियां हाजरियां भर के साहिब सच्चे पातशाह जी दे दर्शन दीदार कर रहे हो। अमृतमयी बाणी आसा की वार दा कीर्तन हजूरी रागी भाई दमनवीर सिंह जी गुरदासपुर वाले आप जी नूं सरवण करवा रहे सन। आओ साध संगत हुण समा है गुरबाणी दी चल रही लड़ीवार शब्द विचार दे नाल जुड़न दा। आओ सतगुरां दी पावन बाणी गौड़ी राग दे अंदर जो थिती बाणी है इस दी लड़ीवार विचार चल रही है। आओ इस पावन बाणी दी विचार दे नाल अपनियां मन बिरतियां नूं जोड़िए। विचारां आरंभण तो पहला समुची संगत रसना पवित्र करदियां सारे जपो जी सतनाम श्री वाहिगुरु। सतनाम श्री वाहिगुरु। गौड़ी राग दे अंदर पंचम पातशाह जी दी उचारण कीती हुई पवित्र बाणी थिती। सब तो पहला ये गल साडे लई समझनी बहुत ज्यादा जरूरी है कि गुरु ग्रंथ साहिब दे अंदर सतगुरु पातशाह जी ने गुरमत दा उपदेश दृढ़ करवाउण दे लई जो समय दी वंड दे मुताबक दिन मिथे गए, वार बने, महीने बने, रुतां बणियां, उन्हां दे राहीं सच्चे पातशाह ने सानू उपदेश बख्शिश कीता है। जे समय दी वंड दी गल करिए ते समय दी सब तो छोटी इकाई जिहड़ी है वो है अख दा फोर। आपां कहने फलाना काम ते अख झमकण जिन्ने समय विच हो गया। समय दी बहुत छोटी इकाई है। अख दे फोर तो बाद फिर विसवे बने, फिर चस्से बने, फिर घड़ियां बणियां, फिर पैर बने, जिसका जिक्र आपां बाणी विच भी पढ़दे हां। विसवे, चस्सियां, घड़ियां, पैरां, थित्ती, वारी, मां होआ। सो अख नूं जदों आपां 15 वारी झमकदे एक विसा बनदा है, 15 विसियां दा एक चस्सा बनदा है, 30 चस्सियां दा एक पल बनदा है। इसे तरह समय दी अगे अगे वंड हुंदी गई। पलां तो बाद घड़ियां बणीਆਂ, घड़ियां तो बाद फिर पैर ਜਿਹੜੇ ਨੇ ਉਹ ਹੋਂਦ ਵਿੱਚ ਆਏ। ਪੈਰਾਂ ਤੋਂ ਬਾਅਦ ਫਿਰ ਦਿਨ ਰਾਤ ਬਣੇ, ਦਿਨ ਰਾਤ ਤੋਂ ਬਾਅਦ ਫਿਰ ਅੱਗੇ ਜਾ ਕੇ ਮਹੀਨੇ ਬਣਦੇ ਨੇ। ਮਹੀਨਿਆਂ ਤੋਂ ਬਾਅਦ ਸਾਲ ਬਣ ਗਏ, ਸਾਲਾਂ ਤੋਂ ਬਾਅਦ ਫਿਰ ਸਦੀਆਂ ਦੀ ਗੱਲ ਆਈ, ਫਿਰ ਯੁੱਗਾਂ ਦੀ ਗੱਲ ਆਈ। ਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਵੇਖਦੇ ਹਾਂ ਦਿਨ ਰਹਿਣ ਬਾਣੀ ਵੀ ਹੈ, ਪਹਿਰੇ ਬਾਣੀ ਵੀ ਹੈ, 12 ਮਾਹ ਬਾਣੀ ਵੀ ਹੈ। 12 ਮਹੀਨਿਆਂ ਦੇ ਜਿਹੜੇ ਨਾਮ ਨੇ ਉਹਨਾਂ ਨੂੰ ਵਰਤ ਕੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਇਸੇ ਤਰ੍ਹਾਂ ਚੰਦ ਦੇ ਵਧਣ ਅਤੇ ਘਟਣ ਦੇ ਨਾਲ ਜੋ ਥਿੱਤਾਂ ਹੋਂਦ ਵਿੱਚ ਆਈਆਂ, ਜੋ ਨਾਮ ਰੱਖੇ ਗਏ ਵੀ ਅੱਜ ਇੱਕ ਮੈਂ ਦੂਜ ਹੈ, ਤੀਜ ਹੈ, ਉਹਨਾਂ ਦਾ ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਹੋਇਆ ਇੱਥੇ ਗੁਰਮਤਿ ਦਾ ਉਪਦੇਸ਼ ਸਾਨੂੰ ਦ੍ਰਿੜ ਕਰਾਇਆ ਹੈ। ਸੋ ਅੱਜ ਜੋ ਥਿੱਤੀ ਬਾਣੀ ਦੇ ਅੰਦਰ ਜੋ ਪੌੜੀ ਹੈ 12 ਨੰਬਰ,
ਇਸ ਪੌੜੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ। 11 ਨੰਬਰ ਪੌੜੀ ਹਜੂਰ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਰਹਿਮਤ ਕਰ ਰਹੇ ਨੇ। ਇੱਥੇ ਗੱਲ ਕੀਤੀ ਜਾ ਰਹੀ ਹੈ ਇਕਾਦਸ਼ੀ ਦੀ। ਏਕਾਦਸ਼ੀ ਸੰਸਕ੍ਰਿਤ ਭਾਸ਼ਾ ਦੇ ਵਿੱਚੋਂ ਇਕਾਦਸ਼ ਤੋਂ ਇਹ ਸ਼ਬਦ ਲਿਆ ਗਿਆ ਹੈ। 10 ਅਤੇ 1 ਭਾਵ 11, 11ਵੀਂ ਥਿਤ। ਹੁਣ ਜੇ 11ਵੀਂ ਥਿਤ ਦੀ ਗੱਲ ਕਰੀਏ ਤੇ ਸਨਾਤਨ ਮਤ ਦੇ ਵਿੱਚ ਇਕਾਦਸ਼ੀ ਨੂੰ 11ਵੀਂ ਥਿਤ ਨੂੰ ਬੜਾ ਚੰਗਾ ਮੰਨਿਆ ਗਿਆ ਹੈ ਅਤੇ ਸਨਾਤਨ ਮਤ ਦੇ ਗ੍ਰੰਥਾਂ ਦੇ ਵਿੱਚ ਇਸ ਦਿਨ ਵਰਤ ਰੱਖਣਾ ਬੜਾ ਪੁੰਨ ਦਾ ਕਰਮ ਸਮਝਿਆ ਗਿਆ ਵੀ ਜੇ ਤੁਸੀਂ ਵਰਤ ਰੱਖੋਗੇ ਤੇ ਤੁਹਾਨੂੰ ਬਹੁਤ ਫਲ ਮਿਲੇਗਾ। ਤੇ ਵਰਤ ਵੀ ਜਿਹੜਾ ਹੈ ਉਹ ਇਸ ਪ੍ਰਕਾਰ ਦਾ ਹੈ ਵੀ ਸਾਰਾ ਦਿਨ ਪਾਣੀ ਵੀ ਨਹੀਂ ਪੀਣਾ। ਇਹਨੂੰ ਨਿਰਜਲਾ ਵਰਤ ਵੀ ਕਹਿ ਦਿੰਦੇ ਵੀ ਭੋਜਨ ਦਾ ਤਿਆਗ ਤੇ ਕਰਨਾ ਹੀ ਹੈ, ਜਲ ਵੀ ਨਹੀਂ ਛਕਣਾ, ਪਾਣੀ ਵੀ ਨਹੀਂ ਪੀਣਾ। ਫਿਰ ਇਹਦੇ ਬਾਰੇ ਹੋਰ ਵੀ ਜ਼ਿਕਰ ਮਿਲਦਾ ਹੈ ਕਿ ਜਿਸ ਨੇ ਇਕਾਦਸ਼ੀ ਦਾ ਵਰਤ ਰੱਖਣਾ ਹੈ ਉਹਦੇ ਘਰ ਉਸ ਦਿਨ ਚੌਲ ਨਹੀਂ ਬਣਦੇ। ਚੌਲ ਜਿਹੜੇ ਨੇ ਉਹ ਵੀ ਕਹਿੰਦੇ ਵੀ ਬਣਾਉਣੇ ਨਹੀਂ ਘਰ ਦੇ ਵਿੱਚ ਜਿਸ ਦਿਨ ਇਕਾਦਸ਼ੀ ਹੋਵੇ, ਵਰਤ ਰੱਖਣਾ। ਤੋ ਲੋਕ ਕੀ ਕਰਦੇ ਨੇ, ਇਸ ਦਿਨ ਸਨਾਤਨ ਮਤ ਦੇ ਮੁਤਾਬਕ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਰਤ ਰੱਖਦੇ ਨੇ, ਅੰਨ ਦਾ ਤਿਆਗ ਕਰ ਦਿੰਦੇ ਨੇ, ਪਾਣੀ ਤੱਕ ਵੀ ਨਹੀਂ ਪੀਂਦੇ, ਇਸ਼ਨਾਨ ਵੀ ਨਹੀਂ ਕਰਦੇ ਵੀ ਅੱਜ ਇਕਾਦਸ਼ੀ ਹੈ, ਅੱਜ ਅਸੀਂ ਵਰਤ ਰੱਖਿਆ ਹੋਇਆ ਹੈ, ਅੱਜ ਜਲ ਵੀ ਨਹੀਂ ਛਕਣਾ। ਇਹ ਸਾਰਾ ਕਰਮ ਕਰਨ ਤੋਂ ਬਾਅਦ ਉਹਨਾਂ ਦਾ ਖਿਆਲ ਹੈ ਕਿ ਅਸੀਂ ਬਹੁਤ ਪੁੰਨ ਦਾ ਕੰਮ ਕੀਤਾ, ਬੜਾ ਚੰਗਾ ਕਰਮ ਕਰ ਲਿਆ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਥਿਤ ਦੇ ਰਾਹੀਂ ਉਪਦੇਸ਼ ਦੇ ਕੇ ਸਾਨੂੰ ਸਮਝਾਇਆ ਕਿ ਸੱਚਮੁੱਚ ਅਸੀਂ ਪੁੰਨ ਦਾ ਕਰਮ ਕਿਵੇਂ ਕਰ ਸਕਦੇ ਹਾਂ, ਸੱਚਮੁੱਚ ਚੰਗਾ ਕਰਮ ਕਿਵੇਂ ਕਰ ਸਕਦੇ ਹਾਂ, ਤੇ ਸੱਚਾ ਵਰਤ ਕਿਹੜਾ ਹੈ। ਵਰਤ ਦੇ ਬਾਰੇ ਮੈਂ ਪਹਿਲਾਂ ਬੇਨਤੀ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਨੇ ਕਿਤੇ ਵੀ ਬਾਣੀ ਦੇ ਵਿੱਚ ਇਹ ਨਹੀਂ ਦੱਸਿਆ ਕਿ ਭੋਜਨ ਨੂੰ ਤਿਆਗਣ ਦੇ ਨਾਲ ਪਰਮੇਸ਼ਰ ਬਹੁਤਾ ਖੁਸ਼ ਹੋ ਜਾਂਦਾ ਹੈ ਜਾਂ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਕੋਈ ਬਹੁਤਾ ਚੰਗਾ ਧਰਮ ਦਾ ਕਰਮ ਕਰ ਰਹੇ ਹੋ। ਭੋਜਨ ਦੇ ਤਿਆਗ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਮਨ ਮਤ ਕਰਾਰ ਦਿੱਤਾ ਹੈ। ਤੇ ਕਈ ਵੇਰਾਂ ਆਪਾਂ ਵੇਖਦੇ ਆ, ਵੇਖੋ ਵੇਖੀ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਕਰਮ ਕਰਨੇ ਸ਼ੁਰੂ ਕਰ ਦਿੰਦੇ ਵੀ ਗਵਾਂਢੀਆਂ ਦੀ ਬੀਬੀ ਨੇ ਵਰਤ ਰੱਖਿਆ, ਮੈਂ ਵੀ ਰੱਖਾਂ। ਤੇ ਬਹੁਤ ਸਾਰੇ ਲੋਕ ਵੇਖੋ ਵੇਖੀ ਸਾਰੇ ਕਰਮ ਕਰੀ ਜਾਂਦੇ ਨੇ। ਇਹਦੇ ਪਿੱਛੇ ਕੀ ਲੌਜਿਕ ਹੈ, ਕੀ ਕਾਰਨ ਹੈ, ਕਿਉਂ ਐਸਾ ਹੋ ਰਿਹਾ ਹੈ, ਇਹਦੇ ਬਾਰੇ ਕੋਈ ਵੀ ਜਾਣਕਾਰੀ ਕਿਸੇ ਨੂੰ ਨਹੀਂ ਹੁੰਦੀ। ਪਰ ਵੇਖਾ ਵੇਖੀ ਸਾਰੇ ਲੋਕ ਕਰਮ ਕਰਦੇ ਨੇ। ਹੁਣ ਜਿਵੇਂ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ, ਇਹ ਕਿਹਾ ਜਾਂਦਾ ਵੀ ਵਰਤ ਰੱਖਣ ਦੇ ਨਾਲ ਪਤੀ ਦੀ ਉਮਰ ਲੰਮੇਰੀ ਹੋ ਜਾਂਦੀ ਹੈ ਤੇ ਚੰਦ ਨੂੰ ਵੇਖ ਕੇ ਵਰਤ ਜਿਹੜਾ ਹੈ ਖੋਲਿਆ ਜਾਂਦਾ ਹੈ। ਤੇ ਬਾਣੀ ਦਾ ਫੈਸਲਾ ਮਹਾਰਾਜ ਕਹਿੰਦੇ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ। ਕਹਿੰਦੇ ਜਿੰਨੇ ਮਰਜ਼ੀ ਤੁਸੀਂ ਇਹੋ ਜਿਹਾ ਡੰਬਰ ਕਰੀ ਜਾਓ, ਇਹ ਕਿਸੇ ਵੀ ਲੇਖੇ ਵਿੱਚ ਨਹੀਂ ਪੈਣ ਵਾਲਾ। ਜੇ ਪਤਨੀ ਭੁੱਖੀ ਰਹਿੰਦੀ ਹੈ ਪਤੀ ਦੀ ਲੰਮੀ ਉਮਰ ਵਾਸਤੇ, ਤੇ ਪਤੀ ਦਾ ਫਰਜ਼ ਵੀ ਤੇ ਬਣਦਾ ਹੀ ਹੈ, ਉਹਨੂੰ ਨਹੀਂ ਚਾਹੀਦਾ ਵੀ ਪਤਨੀ ਦੀ ਉਮਰ ਵੀ ਲੰਮੀ ਹੋ ਜਾਏ। ਫਿਰ ਮਾਂ ਲਈ ਵਰਤ ਰੱਖਿਆ ਕਿ ਪੁੱਤ ਦੀ ਉਮਰ ਵਾਸਤੇ, ਲੰਮੀ ਉਮਰ ਵਾਸਤੇ ਮਾਂ ਵਰਤ ਰੱਖੇ, ਭਰਾ ਦੀ ਲੰਮੀ ਉਮਰ ਵਾਸਤੇ ਭੈਣ ਵਰਤ ਰੱਖੇ। ਸੋ ਇਹ ਸਾਰੇ ਵਰਤ ਜਿਹੜੇ ਨੇ ਇਸਤਰੀ ਤੇ ਥੋਪ ਦਿੱਤੇ ਗਏ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਬਿਲਕੁਲ ਕਲੀਅਰ ਕੱਟ ਵਰਜਿਆ ਹੈ। ਤੇ ਮਹਾਰਾਜ ਕਹਿੰਦੇ ਨੇ ਜੇ ਵਰਤ ਰੱਖਣਾ ਹੈ ਤੇ ਕਦ ਰੱਖੀਏ। ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਅੱਜ ਸਮਝਾਇਆ ਹੈ। ਆਪਾਂ ਗੁਰੂ ਕਿਰਪਾ ਸਦਕਾ ਇਹਨੂੰ ਵਿਚਾਰ ਕੇ ਸਮਝਣ ਦਾ ਯਤਨ ਕਰਨਾ ਹੈ। ਸ਼ਲੋਕ ਦੇ ਅੰਦਰ ਸਾਹਿਬ ਜੀ ਕਿਰਪਾ ਕਰ ਰਹੇ ਨੇ, ਏਕੋ ਏਕ ਬਖਾਨੀਐ
ਵਿਰਲਾ ਜਾਣੈ ਸਵਾਦ। ਕਹਿੰਦੇ ਅਕਾਲ ਪੁਰਖ ਇੱਕ ਹੈ, ਉਹਦੇ ਨਾਮ ਵੱਖਰੇ ਵੱਖਰੇ ਹੋ ਸਕਦੇ ਨੇ, ਪਰ ਵੱਖਰੇ ਵੱਖਰੇ ਨਾਮ ਰੱਖਣ ਕਰਕੇ ਰੱਬ ਵੱਖਰਾ ਨਹੀਂ ਹੁੰਦਾ। ਉਹ ਇੱਕ ਹੀ ਹੈ, ਇੱਕ ਓੰਕਾਰ ਅਦੁੱਤੀ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ। ਤੇ ਸਾਹਿਬ ਕਹਿੰਦੇ ਸਦਾ ਸਾਨੂੰ ਇਹੋ ਹੀ ਗੱਲ ਮਨ ਵਿੱਚ ਧਾਰਨ ਕਰਨੀ ਚਾਹੀਦੀ ਹੈ। ਏਕੋ ਏਕ ਬਖਾਨੀਆਂ, ਬਖਾਨੀਆਂ ਦਾ ਅਰਥ ਹੈ ਵਿਖਿਆਨ ਕਰਨਾ, ਸਿਫਤ ਸਲਾਹ ਕਰਨੀ, ਵਡਿਆਈ ਕਰਨੀ। ਕਹਿੰਦੇ ਸਾਨੂੰ ਸਦੀਵ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਹੀ ਸਿਫਤ ਸਲਾਹ ਵਿੱਚ ਜੁੜੇ ਰਹਿਣਾ ਚਾਹੀਦਾ ਹੈ, ਉਹਦੀ ਵਡਿਆਈ ਵਿੱਚ ਜੁੜੇ ਰਹਿਣਾ ਚਾਹੀਦਾ ਹੈ। ਬਿਰਲਾ ਜਾਣੈ ਸਵਾਦ। ਸਵਾਦ ਦਾ ਮਤਲਬ ਹੈ ਰਸ, ਆਨੰਦ। ਕਹਿੰਦੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਜੁੜ ਕੇ ਵਿਰਲੇ ਮਨੁੱਖ ਨੇ ਜਿਹੜੇ ਆਤਮਿਕ ਆਨੰਦ ਪ੍ਰਾਪਤ ਕਰਦੇ ਨੇ, ਰਸ ਲੈਂਦੇ ਨੇ। ਨਹੀਂ ਤੇ ਸਾਡੀ ਬਹੁਤਿਆਂ ਦੀ ਹਾਲਤ ਜਿਹੜੀ ਹੈ ਉਹ ਮਨਮਤ ਵਾਲੀ ਤੇ ਕਰਮ ਕਾਂਡਾਂ ਵਾਲੀ ਹੈ। ਅਸੀਂ ਜਿਹੜਾ ਹੈ ਤਤ ਗੁਰਮਤ ਦੇ ਧਾਰਨੀ ਨਹੀਂ ਹੁੰਦੇ, ਅਸੀਂ ਕਰਮ ਕਾਂਡਾਂ ਤੇ ਮਨਮਤਾਂ ਵਿੱਚ ਹੀ ਫਸੇ ਰਹਿੰਦੇ ਹਾਂ। ਜੋ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਆਨੰਦ ਸੀ, ਰਸ ਸੀ, ਅਸੀਂ ਉਹਨੂੰ ਪ੍ਰਾਪਤ ਨਹੀਂ ਕਦੇ ਕੀਤਾ। ਉਹ ਦਾਤ ਤੱਕ ਅਸੀਂ ਅਜੇ ਪਹੁੰਚੇ ਨਹੀਂ। ਤੇ ਸਾਹਿਬ ਜੀ ਕਹਿੰਦੇ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਜੁੜਨ ਦੇ ਸਦਕਾ ਕੀ ਹੋਵੇਗਾ? ਕਹਿੰਦੇ ਆਤਮਿਕ ਆਨੰਦ ਸੁਖ ਤੁਹਾਨੂੰ ਮਿਲੇਗਾ, ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਰੱਬੀ ਗੁਣ ਗਾ ਗਾ ਕੇ ਪਰਮੇਸ਼ਰ ਨੂੰ ਜਾਣ ਲਿਆ ਜਾਂ ਉਹਦਾ ਅੰਤ ਪਾ ਲਿਆ ਜਾਂ ਸਾਰਾ ਸਾਨੂੰ ਸਮਝ ਵਿੱਚ ਆ ਗਿਆ। ਕਹਿੰਦੇ ਇਹ ਗੱਲ ਸਮਝ ਤੋਂ ਪਰੇ ਦੀ ਹੈ। ਗੁਣ ਗੋਬਿੰਦ ਨਾ ਜਾਣੀਐ, ਨਾਨਕ ਸਭ ਬਿਸਮਾਦ। ਗੋਬਿੰਦ ਦੇ ਗੁਣ ਗਾ ਕੇ ਆਤਮਿਕ ਆਨੰਦ ਤੇ ਪ੍ਰਾਪਤ ਕਰ ਸਕਦੇ ਹਾਂ, ਸੁਖ ਤੇ ਪ੍ਰਾਪਤ ਕਰ ਸਕਦੇ ਹਾਂ, ਪਰ ਕੋਈ ਇਹ ਦਾਵਾ ਨਹੀਂ ਕਰਦਾ ਕਿ ਮੈਂ ਮੁਕੰਮਲ ਤੌਰ ਤੇ ਜਾਣ ਲਿਆ ਸਾਰਾ ਕੁਝ। ਪਿਤਾ ਕਾ ਜਨਮ ਕਿ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਕਹਿੰਦੇ ਕੋਈ ਰੱਬ ਦੇ ਬਾਰੇ ਮੁਕੰਮਲ ਤੌਰ ਤੇ ਜਾਣਨ ਦਾ ਦਾਵਾ ਨਹੀਂ ਕਰ ਸਕਦਾ। ਕਹਿੰਦੇ ਉਹਦੇ ਗੁਣ ਗਾ ਗਾ ਕੇ, ਉਹਨੂੰ ਵੱਡਾ ਵੱਡਾ ਕਹਿ ਕੇ ਆਤਮਿਕ ਆਨੰਦ ਤੇ ਅਸੀਂ ਪ੍ਰਾਪਤ ਕਰ ਸਕਦੇ ਹਾਂ, ਪਰ ਜੇ ਕੋਈ ਇਹ ਦਾਵਾ ਕਰੇ ਕਿ ਮੈਂ ਸਾਰਾ ਕੁਝ ਜਾਣ ਲਿਆ ਹੈ, ਸਾਹਿਬ ਕਹਿੰਦੇ ਉਹ ਵੱਡਾ ਅਣਜਾਣ ਹੋਵੇਗਾ। ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਕਹਿੰਦੇ ਉਹਦਾ ਅੰਤ ਕੋਈ ਨਹੀਂ। ਨਾਨਕ ਸਭ ਬਿਸਮਾਦ। ਬਿਸਮਾਦ ਕਹਿੰਦੇ ਨੇ ਅਸਚਰਜ, ਹੈਰਾਨ ਕਰ ਦੇਣ ਵਾਲਾ। ਕਹਿੰਦੇ ਸਾਰਾ ਕੁਝ ਜਿਹੜਾ ਹੈ ਪਰਮੇਸ਼ਰ ਨੇ ਰਚਿਆ ਹੈ, ਉਹ ਬੜਾ ਬਿਸਮਾਦ ਵਾਲਾ ਹੈ, ਹੈਰਾਨ ਕਰ ਦੇਣ ਵਾਲਾ ਹੈ। ਕਿਸੇ ਵੀ ਚੀਜ਼ ਦਾ ਅੰਤ ਨਹੀਂ ਪੈ ਸਕਦਾ। ਦੁਨੀਆ ਦੇ ਅੰਦਰ ਆਪਾਂ ਵਸ ਰਹੇ ਹਾਂ, ਆਪਾਂ ਜਿਸ ਥਾਂ ਤੇ ਰਹਿੰਦੇ ਆਪਾਂ ਨੂੰ ਉਹਦੇ ਬਾਰੇ ਸਮਝ ਥੋੜੀ ਬਹੁਤ ਸੋਝੀ ਹੈ, ਪਰ ਦੁਨੀਆ ਦੇ ਅੰਦਰ ਇੰਨਾ ਕੁਝ ਰਚਿਆ ਹੋਇਆ ਜਿਹੜਾ ਅਸੀਂ ਅਜੇ ਤੱਕ ਵੇਖਿਆ ਨਹੀਂ। ਇੰਨੇ ਸ਼ਹਿਰ ਨੇ, ਅਸੀਂ ਉਹਨਾਂ ਦੇ ਕਦੇ ਨਾਂ ਨਹੀਂ ਪੜ੍ਹੇ ਸਾਰੇ। ਇੰਨੇ ਮਨੁੱਖ ਰਹਿੰਦੇ ਨੇ, ਅਸੀਂ ਕਦੇ ਉਹਨਾਂ ਨੂੰ ਮਿਲੇ ਨਹੀਂ। ਇੰਨੇ ਜੀਵ ਜੰਤੂ ਨੇ, ਇੰਨੀ ਰਚਨਾ ਮਾਲਕ ਨੇ ਰਚ ਦਿੱਤੀ ਹੈ, ਅਸੀਂ ਉਹਦੇ ਬਾਰੇ ਜਾਣ ਹੀ ਨਹੀਂ ਸਕੇ। ਅਜੇ ਤੱਕ ਖੋਜ ਹੋ ਰਹੀ ਹੈ, ਲੋਕ ਪੜਤਾਲ ਕਰ ਰਹੇ ਨੇ। ਤੇ ਜਦੋਂ ਵੀ ਅਸੀਂ ਕਿਸੇ ਨਵੀਂ ਚੀਜ਼ ਨੂੰ ਵੇਖਦੇ ਹਾਂ ਤੇ ਅਸੀਂ ਹੈਰਾਨ ਹੋ ਜਾਂਦੇ ਹਾਂ, ਵਾਹ ਬਈ ਵਾਹ, ਸਾਡੇ ਮੂੰਹ ਵਾਹ ਸ਼ਬਦ ਨਿਕਲਦਾ। ਵਿਸਮਾਦ ਵਿੱਚ ਅਸੀਂ ਆ ਜਾਂਦੇ ਹਾਂ। ਰੱਬੀ ਕੌਤਕ ਵੇਖ ਕੇ ਅਸੀਂ ਅਸਚਰਜ ਹੁੰਨੇ, ਹੈਰਾਨ ਹੋ ਜਾਂਦੇ ਹਾਂ। ਸਾਹਿਬ ਕਹਿੰਦੇ ਇੰਨੇ ਕੌਤਕਾਂ ਨੂੰ ਰਚਣ ਵਾਲਾ, ਇੰਨੀਆਂ ਦਾਤਾਂ ਦੇਣ ਵਾਲਾ ਅਕਾਲ ਪੁਰਖ ਪਰਮੇਸ਼ਰ ਇੱਕ ਹੀ ਹੈ। ਉਹਦੇ ਗੁਣਾਂ ਨੂੰ ਗਾ ਕੇ ਆਤਮਿਕ ਆਨੰਦ ਮਾਣ ਸਕਦੇ ਆ, ਪਰ ਉਹਦਾ ਅੰਤ ਕੋਈ ਨਹੀਂ ਪਾ ਸਕਦੇ। ਸਾਹਿਬ ਜੀ ਪੌੜੀ ਦੇ ਵਿੱਚ
ਕਿਰਪਾ ਕਰ ਰਹੇ ਹਨ। ਏਕਾਦਸ਼ੀ ਨਿਕਟ ਪੇਖੋ ਹਰ ਰਾਮ। ਇਕਾਦਸ਼ੀ ਤੋਂ ਭਾਵ 11ਵੀਂ ਥਿਤ। ਇਹਦੇ ਰਾਹੀਂ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਕਹਿੰਦੇ ਨਿਕਟ ਪੇਖੋ ਹਰ ਰਾਮ। ਨਿਕਟ ਦਾ ਅਰਥ ਹੈ ਨੇੜੇ, ਪੇਖੋ ਦਾ ਮਤਲਬ ਵੇਖਣਾ। ਹਰੀ ਨੂੰ, ਰਾਮ ਨੂੰ, ਵਾਹਿਗੁਰੂ ਨੂੰ ਸਦਾ ਹੀ ਨਿਕਟ ਜਾਣੋ, ਸਦਾ ਅੰਗ ਸੰਗੇ। ਸਦਾ ਨੂੰ ਆਪਣੇ ਅੰਗ ਸੰਗ ਹੀ ਸਮਝਣਾ ਚਾਹੀਦਾ ਏ। ਉਹ ਸਾਡੇ ਤੋਂ ਕਿਤੇ ਵੀ ਦੂਰ ਨਹੀਂ ਹੈ। ਕਉ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਕਹਿੰਦੇ ਸਦੀਵ ਸਾਡੇ ਅੰਗ ਸੰਗ ਹੀ ਵਸਦਾ ਏ, ਸਾਡੇ ਤੋਂ ਕਿਤੇ ਵੀ ਦੂਰ ਨਹੀਂ ਹੈ। ਇੰਦਰੀ ਬਸ ਕਰ ਸੁਣੋ ਹਰ ਨਾਮ। ਕਹਿੰਦੇ ਅਕਾਲ ਪੁਰਖ ਨੂੰ ਸਦੀਵ ਨੇੜੇ ਜਾਣੋ। ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਵਰਤ ਦੀ ਗੱਲ ਦੱਸ ਰਹੇ ਨੇ ਵੀ ਅਸੀਂ ਵਰਤ ਕਿਵੇਂ ਰੱਖਣਾ ਹੈ। ਅਸੀਂ ਅੰਨ ਜਲ ਤਿਆਗਣ ਵਾਲਾ ਵਰਤ ਨਹੀਂ ਰੱਖਣਾ। ਅਸੀਂ ਹੋਰ ਕਰਮਾਂ ਕਾਂਡਾਂ ਵਾਲਾ ਕੋਈ ਵਰਤ ਨਹੀਂ ਰੱਖਣਾ। ਅਸੀਂ ਕੋਈ ਇਹੋ ਜਿਹਾ ਵਰਤ ਨਹੀਂ ਰੱਖਣਾ ਜਿਹਦੇ ਨਾਲ ਸਰੀਰ ਨੂੰ ਬਹੁਤਾ ਕਸ਼ਟ ਹੋਵੇ। ਕਸ਼ਟ ਕਿਉਂਕਿ ਜੇ ਭੋਜਨ ਤਿਆਗ ਦਿੱਤਾ ਤੇ ਸਾਰੀ ਦਿਹਾੜੀ ਸੁਰਤ ਤੇ ਉਧਰ ਲੱਗੀ ਰਹੇਗੀ ਵੀ ਅੱਗੇ ਤੇ ਇੰਨੇ ਟਾਈਮ ਨੂੰ 3 ਵਾਰੀ ਪ੍ਰਸ਼ਾਦਾ ਛਕ ਲੈਂਦਾ, ਸਵੇਰ ਦਾ ਖਾਦਾ ਕੁਝ ਨਹੀਂ, ਧਿਆਨ ਤਾਂ ਉਧਰ ਲੱਗਿਆ ਰਹਿਣਾ। ਜਾਂ ਕਈ ਵਾਰੀ ਕਈ ਘਰਾਂ 'ਚ ਕਲੇਸ਼ ਵੀ ਹੋ ਜਾਂਦਾ। ਕਈ ਬੀਬੀਆਂ ਕਹਿਣਗੀਆਂ ਵੀ ਸਾਰਾ ਸਮਾਨ ਲਿਆ ਕੇ ਦਿਓ, ਮੈਂ ਵਰਤ ਰੱਖਣਾ, ਤੇ ਪਤੀ ਵਿਚਾਰਾ ਕੰਮਾਂ ਕਾਰਾਂ ਵਿੱਚ ਫਸਿਆ, ਮਸਾਂ ਸਮਾਂ ਕੱਢ ਕੇ ਸਮਾਨ ਪੂਰਾ ਕਰਦਾ। ਐਨ ਮੌਕੇ ਤੇ ਕਹਿਣਗੇ ਜੀ ਫਲਾਣੀ ਚੀਜ਼ ਵੀ ਅਜੇ ਨਹੀਂ ਆਈ, ਇਹ ਵੀ ਹੁਣੇ ਲਿਆ ਕੇ ਦਿਓ। ਉਹ ਕਹੇਗਾ ਜੀ ਮੈਂ 3 ਗੇੜੇ ਅੱਗੇ ਬਾਜ਼ਾਰ ਦੇ ਮਾਰ ਆਇਆ, ਚੌਥੀ ਵਾਰੀ ਫਿਰ ਚੱਲਿਆ, ਤੂੰ ਹੁਣੇ ਦੱਸ ਦੇ ਵੀ ਕੀ ਕੀ ਮੰਗਾਉਣਾ। ਚੌਥੀ ਵਾਰੀ ਫਿਰ ਆਉਂਦਾ, ਕਹਿੰਦੀ ਜੇ ਫਲਾਣੀ ਚੀਜ਼ ਅਜੇ ਰਹਿ ਗਈ ਹੈ। ਉਹ ਦੁਖੀ ਹੋ ਜਾਂਦਾ ਪਤੀ, ਕਹਿੰਦਾ ਵੀ ਹੁਣ 5ਵਾਂ ਗੇੜਾ। ਕਹਿੰਦੀ ਤੇਰਾ ਹੀ ਸਿਆਪਾ ਕਰੀ ਜਾਨੀ, ਮੈਨੂੰ ਕੀ ਲੋੜ ਪਈ ਹੈ, ਤੇਰਾ ਹੀ ਸਿਆਪਾ ਕਰ ਰਹੀ। ਸੋ ਇਹ ਹਾਲਾਤ ਨੇ ਸਾਡੇ। ਸਾਹਿਬ ਜੀ ਕਹਿੰਦੇ ਵਰਤ ਰੱਖਣਾ ਕਾਹਦਾ? ਮਹਾਰਾਜ ਕਹਿੰਦੇ ਇੰਦਰੀ ਬਸ ਕਰ ਸੁਣੋ ਹਰ ਨਾਮ। ਇੰਦਰੀਆਂ ਦੀ ਗੱਲ ਆਉਂਦੀ ਹੈ। 10 ਇੰਦਰੀਆਂ ਨੇ, 5 ਗਿਆਨ ਇੰਦਰੀਆਂ ਅਤੇ 5 ਜਿਹੜੀਆਂ ਨੇ ਕਰਮ ਇੰਦਰੀਆਂ। ਹਰੇਕ ਮਨੁੱਖ ਨੂੰ ਅਕਾਲ ਪੁਰਖ ਪਰਮੇਸ਼ਰ ਨੇ ਬਖਸ਼ਿਸ਼ ਕੀਤੀਆਂ ਨੇ। ਹੁਣ ਜੇ ਗਿਆਨ ਇੰਦਰੀਆਂ ਦੀ ਗੱਲ ਕਰੀਏ, ਅੱਖਾਂ ਹਨ, ਨੱਕ ਹੈ, ਜੀਭ ਹੈ, ਕੰਨ ਨੇ ਅਤੇ ਤਵਚਾ ਚਮੜੀ। ਇਹ ਸਾਡੇ ਸਾਰੇ ਗਿਆਨ ਇੰਦਰੀ ਨੇ। ਅਸੀਂ ਦੁਨੀਆ ਦਾ ਸਾਰਾ ਗਿਆਨ ਅੱਖਾਂ ਦੇ ਰਾਹੀਂ ਪ੍ਰਾਪਤ ਕਰਦੇ ਹਾਂ, ਕੰਨਾਂ ਦੇ ਰਾਹੀਂ ਪ੍ਰਾਪਤ ਕਰਦੇ ਹਾਂ। ਕਿਸੇ ਸਵਾਦ ਨੂੰ ਚਖਣਾ ਜੀਭ ਤੇ ਰੱਖ ਕੇ ਵੇਖਦੇ ਹਾਂ। ਕਿਸੇ ਚੀਜ਼ ਨੂੰ ਵੇਖਣਾ ਵੀ ਇਹ ਚੰਗੀ ਮਾੜੀ ਜਾਂ ਖਰਾਬ ਤੇ ਨਹੀਂ ਹੋਗੀ, ਨੱਕ ਰਾਹੀਂ ਅਸੀਂ ਸੁੰਘ ਕੇ ਵੇਖ ਲੈਂਦੇ ਹਾਂ। ਸੁੰਘ ਕੇ ਦੱਸ ਦਿੰਦੇ ਵੀ ਚੀਜ਼ ਖਰਾਬ ਹੋ ਚੁੱਕੀ ਹੈ। ਦੁੱਧ ਵੇਖਣਾ ਹੋਵੇ ਵੀ ਖਰਾਬ ਤੇ ਨਹੀਂ, ਨੱਕ ਦੇ ਨੇੜੇ ਕਰਕੇ ਵੇਖਦੇ ਹਾਂ ਵੀ ਦੁੱਧ ਖਰਾਬ ਹੋ ਗਿਆ, ਸਮੈਲ ਆ ਰਹੀ ਇਹਦੇ ਵਿੱਚੋਂ। ਇਹਦੇ ਨਾਲ ਜਿਹੜੀ ਸਾਡੀ ਚਮੜੀ ਤਵਚਾ ਸਪਰਸ਼ ਦਾ ਗੁਣ ਇਹਦੇ ਵਿੱਚ ਹੈ। ਅਸੀਂ ਹੱਥ ਲਾ ਕੇ ਕਿਸੇ ਚੀਜ਼ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਾਂ। ਸਪਰਸ਼ ਕਰਕੇ ਇਸ ਚੀਜ਼ ਨੂੰ ਵੇਖ ਲੈਂਦੇ ਵੀ ਤੱਤੀ ਹੈ ਜਾਂ ਠੰਡੀ ਹੈ ਜਾਂ ਕਿਸ ਤਰ੍ਹਾਂ ਦੀ ਹੈ। ਇਹ 5 ਗਿਆਨ ਇੰਦਰੀ ਨੇ। ਇਹਦੇ ਨਾਲ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਸਾਨੂੰ ਕਰਮ ਇੰਦਰੀ ਵੀ ਬਖਸ਼ਿਸ਼ ਕੀਤੇ ਨੇ। ਕਰਮ ਇੰਦਰੀਆਂ ਵਿੱਚ ਸਾਡਾ ਮੁੱਖ ਹੈ, ਮੂੰਹ, ਹੱਥ, ਪੈਰ ਅਤੇ ਸਰੀਰ ਦੇ ਜੋ 2 ਗੁਪਤ ਅੰਗ ਨੇ, ਇਹ ਕਰਮ ਇੰਦਰੀਆਂ ਦੇ ਵਿੱਚ ਸ਼ਾਮਲ ਨੇ। ਹੁਣ ਇਹਨਾਂ ਕਰਮ ਇੰਦਰੀਆਂ ਦੇ ਦੁਆਰਾ ਅਸੀਂ ਅਜਿਹੇ ਕਰਮ ਕਰਨੇ ਸੀ ਕਿ ਸਾਡੀ ਪਰਮੇਸ਼ਰ ਦੇ ਨਾਲ ਨੇੜਤਾ ਬਣ ਜਾਂਦੀ। ਪਰ ਹੋਇਆ ਕਿ ਇਹ ਗਿਆਨ ਇੰਦਰੀ ਤੇ ਕਰਮ ਇੰਦਰੀ ਇਹ ਇਹੋ ਜਿਹੇ ਕੰਮਾਂ ਵਿੱਚ ਲੱਗ ਗਏ ਕਿ ਸਾਡੀ ਨੇੜਤਾ ਨਹੀਂ ਬਣ ਸਕੀ, ਸਗੋਂ ਦੂਰੀ ਹੋਰ ਵੱਧ ਗਈ। ਦੂਰੀ ਹੋਰ ਵੱਧ ਗਈ। ਜਦੋਂ ਅਸੀਂ ਆਪਣੇ ਕਰਮ ਇੰਦਰੀਆਂ ਦੀ ਗੱਲ ਕਰਦੇ ਹਾਂ, ਮੂੰਹ ਦੀ ਜੇ ਗੱਲ ਕਰ ਲਈਏ ਤੇ ਸਾਡਾ ਮੂੰਹ ਜਿਹੜਾ ਹੈ ਇਹ ਬੋਲਦਾ ਹੈ, ਭਾਖਿਆ ਬੋਲੀ, ਤੇ ਸਾਡਾ ਮੂੰਹ ਕਰਮ ਕਰਦਾ ਹੈ, ਸਾਧ ਸੰਗਤ। ਪਰ ਅੱਜ ਆਪਾਂ ਵੇਖਦੇ ਹਾਂ ਅਸੀਂ ਮੂੰਹ ਦੀ ਵਰਤੋਂ
ਕਿੱਥੇ ਕਰਦੇ ਆ? ਜਿੱਥੇ ਬੋਲਣ ਦੀ ਲੋੜ ਅਸੀਂ ਚੁੱਪ ਕਰ ਜਾਂਦੇ ਆ, ਜਿੱਥੇ ਲੋੜ ਨਹੀਂ ਅਸੀਂ ਐਵੇਂ ਆਵਾਗਾਉਣੀ ਬੋਲੀ ਜਾਂਦੇ ਆ। ਹਰ ਥਾਂ ਤੇ ਅਸੀਂ ਆਪਣਾ ਮੂੰਹ ਅੱਗੇ ਰੱਖਿਆ ਹੋਇਆ ਹੈ, ਤੇ ਜਿਹੜਾ ਮੂੰਹ ਨੂੰ ਅੱਗੇ ਰੱਖ ਕੇ ਚੱਲੇ ਉਹਨੂੰ ਮੂਰਖ ਕਹਿੰਦੇ ਨੇ। ਮੂਰਖ। ਕਿਤੇ ਬੋਲਣਾ ਸੀ, ਕਹਿੰਦੇ ਜੀ ਮੈਂ ਫਲਾਣੇ ਦਾ ਮੂੰਹ ਮਾਰ ਗਿਆ, ਇਸ ਕਰਕੇ ਨਹੀਂ ਬੋਲਿਆ। ਫਲਾਣੇ ਦਾ ਮੂੰਹ ਰੱਖਣ ਕਰਕੇ ਮੈਂ ਆਹ ਕੰਮ ਕੀਤਾ ਹੈ। ਸਤਿਗੁਰੂ ਪਾਤਸ਼ਾਹ ਨੇ ਆਖਿਆ ਇਹ ਕਰਮ ਇੰਦਰਾ ਸੀ। ਹੱਥ ਜਿਹੜੇ ਨੇ, ਹੱਥਾਂ ਦੇ ਨਾਲ ਵੀ ਸਾਹਿਬ ਕਹਿੰਦੇ ਸੇਵਾ ਕਰਨੀ ਸੀ। ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਪਰ ਹੱਥ ਸੇਵਾ ਕਰਨ ਦੀ ਥਾਵੇਂ ਲੋਕਾਂ ਨੂੰ ਲੁੱਟਣ ਵਾਸਤੇ ਉੱਠ ਪਏ, ਮਾਰਨ ਵਾਸਤੇ ਉੱਠ ਪਏ। ਤੇ ਬੰਦਾ ਹੱਥ ਦੇ ਨਾਲ ਹਿੱਕ ਥਾਪੜ ਕੇ ਕਹਿੰਦਾ, ਚੈਲੰਜ ਕਰਦਾ ਫਿਰਦਾ ਦੁਨੀਆ ਨੂੰ, ਕਹਿੰਦਾ ਤੁਹਾਨੂੰ ਮੈਂ ਵੇਖ ਲਵਾਂਗਾ। ਕਿਤੇ ਦਾੜੀ ਤੇ ਹੱਥ ਫੇਰ ਕੇ ਆਪਣੀ ਤਾਕਤ ਦਾ ਅੰਦਾਜ਼ਾ ਦੂਜਿਆਂ ਨੂੰ ਕਰਵਾਉਂਦਾ ਹੈ। ਸਾਹਿਬ ਕਹਿੰਦੇ ਤੇਰੇ ਹੱਥ ਸੇਵਾ ਵਾਸਤੇ ਉੱਠਣੇ ਚਾਹੀਦੇ ਸਨ, ਪੈਰ ਤੇਰੇ ਗੁਰੂ ਘਰ ਵੱਲ ਚੱਲ ਕੇ ਜਾਣੇ ਚਾਹੀਦੇ ਸਨ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਪਰ ਇਹ ਪੈਰ ਮਾੜੇ ਪਾਸੇ ਨੂੰ ਵਾਲੇ ਕਾਲੇ ਕਾਲੀ ਭਜਦੇ ਨੇ। ਜੈਸੇ ਪਰ ਦਰਬ ਹਰਨ ਕੋ ਚਰਨ ਧਾਵੇ, ਤੈਸੇ ਕੀਰਤਨ ਸਾਧ ਸੰਗਤ ਨਾ ਉਮਾ ਕੇ। ਕਹਿੰਦੇ ਮਾੜੇ ਪਾਸੇ ਜਾਣਾ ਹੋਵੇ ਤੇ ਭੱਜਾ ਹੀ ਜਾਏਗਾ, ਤੇ ਜੇ ਇਹਨੂੰ ਕੋਈ ਚੰਗਾ ਕੰਮ ਕਰਨ ਵਾਸਤੇ ਕਹੀਏ ਤੇ ਇਹ ਪੈਰ ਚੰਗੇ ਪਾਸੇ ਤੁਰਦੇ ਨਹੀਂ। ਇਸੇ ਤਰ੍ਹਾਂ ਗੁਪਤ ਅੰਗ ਜਿਹੜੇ ਸਾਡੇ, ਉਹਨਾਂ ਦੁਆਰਾ ਵੀ ਅਸੀਂ ਵਿਕਾਰੀ ਜੀਵਨ ਜਿਹੜਾ ਸੀ ਉਹ ਜਿਉਣਾ ਸ਼ੁਰੂ ਕਰ ਦਿੱਤਾ, ਵਿਕਾਰ ਭੋਗਣੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਨਾਲ ਵੀ। ਜੇ ਗਿਆਨ ਇੰਦਰੀਆਂ ਦੀ ਗੱਲ ਕਰੀਏ, ਅੱਖਾਂ ਤੇ ਸਾਹਿਬ ਕਹਿੰਦੇ ਨੇ ਅੱਖਾਂ ਦੇ ਨਾਲ ਸੰਸਾਰ ਦਾ ਗਿਆਨ ਲੈਣਾ ਸੀ, ਸੰਸਾਰ ਨੂੰ ਵੇਖਣਾ ਸੀ, ਪਰ ਇਹਨਾਂ ਦੇ ਰਾਹੀਂ ਅਸੀਂ ਵਿਕਾਰ ਭੋਗਣੇ ਸ਼ੁਰੂ ਕਰ ਦਿੱਤੇ। ਅੱਖੀਂ ਵੇਖਣਾ ਰੱਜੀਆਂ, ਬਹੁ ਰੰਗ ਤਮਾਸ਼ੇ। ਕੰਨਾਂ ਦੇ ਨਾਲ ਰੱਬੀ ਇਬਾਦਤ ਨੂੰ ਸੁਣਨਾ ਸੀ, ਪਰ ਕੰਨ ਵੀ ਵਿਕਾਰੀ ਹੋ ਗਏ। ਸਾਹਿਬ ਜੀ ਕਹਿੰਦੇ ਨੇ ਇਹ ਸ਼ਰਵਨ ਮੇਰਿਓ ਸੱਚ ਹੈ ਸੁਣਨੇ ਨੋ ਪਠਾਏ। ਸੱਚ ਹੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਬਾਣੀ ਸੱਚੀ ਅਸੀਂ ਕਿੰਨੀ ਕੁ ਸੁਣਦੇ ਕੰਨਾਂ ਦੇ ਨਾਲ। ਸੱਚੀ ਬਾਣੀ ਸੁਣਨ ਲੱਗਿਆ ਤੇ ਸਾਨੂੰ ਨੀਂਦ ਹੀ ਆ ਜਾਏਗੀ, ਉਬਾਸੀਆਂ ਆਈ ਜਾਣਗੀਆਂ। ਤੇ ਗੀਤ ਸੰਗੀਤ ਕੰਨਾਂ ਵਿੱਚ ਭਾਵੇਂ 18 ਘੰਟੇ ਚੱਲੀ ਜਾਏ, ਕੋਈ ਆਲਸ ਨਹੀਂ ਪੈਂਦਾ ਕਿਸੇ ਨੂੰ। ਨਾਲ ਹੀ ਹਰਕਤਾਂ ਵੀ ਬੰਦਾ ਉਸ ਤਰ੍ਹਾਂ ਦੀਆਂ ਕਰਦਾ ਹੈ। ਘਰਾਂ 'ਚ ਤੁਸੀਂ ਵੇਖਿਆ ਹੋਵੇਗਾ ਬੱਚੇ ਉਹ ਕੰਨਾਂ ਤੇ ਹੈੱਡਫੋਨ ਲਾਏ ਹੋਣਗੇ, ਕਿਸੇ ਦੀ ਉਹਨਾਂ ਨੇ ਸੁਣਨੀ ਨਹੀਂ ਗੱਲ ਵੀ ਕੀ ਕਰੇ, ਹੋ ਰਿਹਾ ਕੀ ਨਹੀਂ ਹੋ ਰਿਹਾ। ਮਾਂ ਆਵਾਜ਼ਾਂ ਮਾਰੀ ਜਾਏ, ਪਿਓ ਆਵਾਜ਼ਾਂ ਮਾਰੀ ਜਾਏ, ਕਿਸੇ ਦੀ ਪਰਵਾਹ ਨਹੀਂ ਕਰਦੇ। ਉਹ ਗੀਤ ਸੰਗੀਤ ਦੇ ਨਾਲ ਹੀ ਉਸੇ ਤਰ੍ਹਾਂ ਦੀਆਂ ਹਰਕਤਾਂ ਵੀ ਕਰੀ ਜਾਂਦੇ ਨੇ। ਸੋ ਕੰਨਾਂ ਦਾ ਵੀ ਜਿਹੜਾ ਸੀ ਨਾ, ਇੱਕ ਗਿਆਨ ਇੰਦਰਾ ਬਖਸ਼ਿਸ਼ ਕੀਤਾ ਮਹਾਰਾਜ ਨੇ। ਇਹ ਵੀ ਅਸੀਂ ਇਹਦੇ ਵਿੱਚੋਂ ਵੀ ਰਸ ਲੈਣੇ ਸ਼ੁਰੂ ਕਰ ਦਿੱਤੇ, ਨੱਕ ਦੇ ਰਾਹੀਂ ਵੀ ਰਸ ਮੰਨਣੇ ਸ਼ੁਰੂ ਕਰ ਦਿੱਤੇ। ਜੀਭ ਵੀ ਮਹਾਰਾਜ ਕਹਿੰਦੇ ਸਵਾਦਾਂ ਵਿੱਚ ਲੱਗ ਗਈ ਹੈ। ਜੀਭ ਵੀ ਤੇ ਸਵਾਦ ਦੇ ਵਿੱਚ ਇੰਨੀ ਫਸ ਗਈ, ਸਰੀਰ ਨੂੰ ਰੋਗ ਲੱਗ ਗਏ, ਪਰ ਉਹ ਸਵਾਦ ਛੱਡਣ ਦਾ ਬੰਦਾ ਨਾਂ ਨਹੀਂ ਲੈਂਦਾ। ਜੇ ਕਿਸੇ ਨੂੰ ਸ਼ੂਗਰ ਹੋ ਜਾਏ ਨਾ, ਡਾਕਟਰ ਕਹਿੰਦਾ ਹੁਣ ਤੂੰ ਖੰਡ ਦਾ ਬਿਲਕੁਲ ਹੀ ਪਰਹੇਜ਼ ਕਰ ਦੇ, ਖੰਡ ਤੇ ਬਿਲਕੁਲ ਖਾਣੀ ਨਹੀਂ ਤੇ ਸ਼ੂਗਰ ਤੇਰੀ ਕੰਟਰੋਲ ਨਹੀਂ ਹੋਣੀ। ਕਹਿੰਦਾ ਜੀ ਚਾਹ ਮੈਨੂੰ ਫਿੱਕੀ ਦੇ ਦਿਆ ਕਰੋ, ਤੇ ਚਾਹ ਤੇ ਫਿੱਕੀ ਪੀਂਦਾ, ਨਾਲ ਗੁਲਾਬ ਜਾਮਨਾਂ ਦੇ ਪਲੇਟਾਂ ਚੱਕੀ ਜਾਂਦਾ। ਹੋਰ ਮਿੱਠਾ ਕਿਤੇ ਵੀ ਮਿਲ ਜੇ ਛੱਡਦਾ ਹੀ ਨਹੀਂ ਹੈ, ਸਵਾਦ ਲੱਗਾ ਹੋਇਆ ਜਦ ਤੱਕ ਰਸ। ਤੇ ਚਾਹ ਫਿੱਕੀ ਪੀ ਰਿਹਾ, ਕਹਿੰਦਾ ਜੀ ਸ਼ੂਗਰ ਹੈ, ਚਾਹ ਫਿੱਕੀ ਪੀਣਾ, ਤੇ ਬਾਕੀ ਜਿਹੜੀਆਂ ਮਿੱਠੀਆਂ ਚੀਜ਼ਾਂ ਨੇ ਸਵਾਦ ਵਿੱਚ ਉਹ ਸਾਰੀਆਂ ਛਕੀ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਜਿੱਥੇ ਰਸਨਾ, ਇਹ ਸਾਡੀ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਜੁੜ ਕੇ ਇਹਨੇ ਧੰਨ ਬਣਨਾ ਸੀ, ਵਡਭਾਗੀ ਬਣਨਾ ਸੀ। ਸਾ ਰਸਨਾ ਧੰਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਗੋਬਿੰਦ ਕੇਰੇ ਰਾਮ। ਉਥੇ ਇਹ ਸਵਾਦਾਂ ਵਿੱਚ ਹੀ ਫਸ ਗਈ। ਤੇ ਸਾਹਿਬ ਜੀ ਕਹਿੰਦੇ ਨੇ ਤਵਚਾ ਚਮੜੀ ਜਿਹੜੀ ਹੈ ਉਹਦੇ ਨਾਲ ਵੀ ਮਨੁੱਖ ਆਰਾਮ ਪਸੰਦ ਹੋ ਗਿਆ। ਨੱਕ ਦੇ ਨਾਲ ਵੀ ਕਈ ਤਰ੍ਹਾਂ ਦੀਆਂ ਵਾਸ਼ਨਾਵਾਂ ਸੁਗੰਧੀਆਂ ਨੂੰ ਮਾਣਦਾ ਵਿਕਾਰੀ ਜ਼ਿੰਦਗੀ ਜੀ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਸਤਿਗੁਰੂ ਨੇ ਬਾਣੀ ਵਿੱਚ ਵਾਰ-ਵਾਰ ਸਾਡੇ ਸਨਮੁਖ ਰੱਖਿਆ ਹੈ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ में कोई जागत रहे, साबित वस्त सो अपनी लहै।
ਸਤਿਗੁਰੂ ਇਹਨਾਂ ਇੰਦਰੀਆਂ ਨੂੰ ਵਾਰ-ਵਾਰ ਸਮਝਾਉਂਦੇ ਨੇ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਆਪਾਂ ਪਿੱਛੇ ਵਿਚਾਰ ਕਰਕੇ ਆਏ ਆ। ਸਾਹਿਬ ਕਹਿੰਦੇ ਨੇ, ਮਿਥਿਆ ਸ਼ਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੇ, ਮਿਥਿਆ ਨੇਤਰ ਪੇਖਤ ਪਰ ਤੇਰੇ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ। ਮਿਥਿਆ ਦਾ ਅਰਥ ਹੈ ਵਿਅਰਥ। ਕਹਿੰਦੇ ਜਿਸ ਕਾਰਜ ਵਾਸਤੇ ਇਹ ਸਾਰੀਆਂ ਚੀਜ਼ਾਂ ਮਿਲੀਆਂ ਸਨ, ਜੋ ਕਾਰਜ ਨਹੀਂ ਕਰਦੀਆਂ ਸਮਝ ਨਹੀਂ ਸਾਰਾ ਕੁਝ ਹੀ ਵਿਅਰਥ ਹੈ। ਤੇ ਸਾਹਿਬ ਕਹਿੰਦੇ ਪਰਮੇਸ਼ਰ ਦਾ ਨਾਮ ਕਿਵੇਂ ਸੁਣੀਏ? ਇੰਦਰੀ ਬਸ ਕਰ ਸੁਣੋ ਹਰ ਨਾਮ। ਇਹਨਾਂ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਵਸ ਦੇ ਵਿੱਚ ਕਰਕੇ ਕਹਿੰਦੇ ਪਰਮੇਸ਼ਰ ਦਾ ਨਾਮ ਸੁਣ। ਹੁਣ ਵਸ ਵਿੱਚ ਕਰਨਾ ਤੇ ਬੜੀ ਔਖੀ ਖੇਡ ਹੈ। ਜੇ ਅਸੀਂ ਅੱਖਾਂ ਨੂੰ ਬੰਦ ਕਰ ਲਵਾਂਗੇ ਵੀ ਨਾ ਕੁਝ ਵੇਖਣ, ਤੇ ਕੰਨਾਂ ਦੇ ਵਿੱਚ ਜਦੋਂ ਕੋਈ ਆਵਾਜ਼ ਪਈ ਨਾ, ਆਪਾਂ ਉਸੇ ਵੇਲੇ ਅੱਖਾਂ ਖੋਲ ਲੈਣੀਆਂ ਵੀ ਵੇਖੋ ਕੌਣ ਆਇਆ ਹੈ, ਵੇਖੋ ਕੌਣ ਆਇਆ, ਪਤਾ ਕਰੋ। ਜੇ ਪਤਾ ਨਹੀਂ ਲੱਗ ਰਿਹਾ ਤੇ ਸਾਡੇ ਪੈਰ ਕਾਹਲੇ ਪੈ ਜਾਣੇ ਵੀ ਮੈਂ ਆਪ ਹੀ ਬਾਹਰ ਜਾ ਕੇ ਵੇਖ ਆਉਣਾ। ਆਪ ਹੀ ਦਰਵਾਜ਼ਾ ਖੋਲਾਂਗੇ, ਹੱਥ ਵੀ ਕਿਰਿਆਸ਼ੀਲ ਹੋ ਗਏ। ਇਹਨਾਂ ਇੰਦਰੀਆਂ ਨੂੰ ਵਸ ਵਿੱਚ ਕਰਨਾ ਹੈ ਬੜੀ ਔਖੀ ਖੇਡ। ਤੇ ਨਾਮ ਇੰਦਰਜੀਤ ਜਿਹੜਾ ਰੱਖਿਆ ਜਾਂਦਾ ਸੀ, ਇੰਦਰੀਆਂ ਨੂੰ ਜਿੱਤਣ ਵਾਲਾ। ਤੇ ਸਾਹਿਬ ਕਹਿੰਦੇ ਕੋਈ ਵਿਰਲਾ ਮਨੁੱਖ ਹੁੰਦਾ ਹੈ ਜਿਹੜਾ ਇਹਨਾਂ ਇੰਦਰੀਆਂ ਨੂੰ ਵਸ ਵਿੱਚ ਕਰਕੇ ਪਰਮੇਸ਼ਰ ਦਾ ਨਾਮ ਸੁਣਦਾ ਹੈ, ਉਧਰ ਹੀ ਸੁਰਤ ਜੋੜ ਕੇ ਰੱਖਦਾ ਹੈ। ਹੁਣ ਵਰਤ ਰੱਖਣ ਦੀ ਸਾਹਿਬ ਜੀ ਮਰਿਆਦਾ ਦੱਸ ਰਹੇ ਨੇ ਜੋ ਗੁਰਮਤਿ ਦੇ ਅਨੁਸਾਰ ਹੈ। ਪਹਿਲੀ ਗੱਲ, ਅਕਾਲ ਪੁਰਖ ਪਰਮੇਸ਼ਰ ਨੂੰ ਸਦਾ ਆਪਣੇ ਨੇੜੇ ਜਾਣੋ, ਅੰਗ ਸੰਗ ਜਾਣੋ। ਦੂਜੀ ਗੱਲ, ਇੰਦਰੀ ਬਸ ਕਰ ਸੁਣੋ ਹਰ ਨਾਮ। ਇਹਨਾਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨੂੰ ਵਸ ਵਿੱਚ ਕਰਕੇ ਪਰਮੇਸ਼ਰ ਦਾ ਨਾਮ ਸੁਣੋ। ਤੇ ਸਾਹਿਬ ਕਹਿੰਦੇ ਮਨ ਸੰਤੋਖ ਸਰਬ ਜੀ ਦਇਆ। ਹੁਣ ਤੀਜੀ ਗੱਲ ਜਿਹੜੀ ਹੈ, ਕਹਿੰਦੇ ਮਨ ਦੇ ਵਿੱਚ ਸੰਤੋਖ ਧਾਰਨ ਕਰੋ, ਸਰਬ ਜੀ ਦਇਆ, ਅਤੇ ਜੀਵਾਂ ਦੇ ਉੱਪਰ ਦਇਆ ਕਰਨੀ ਸਿੱਖੋ। ਹੁਣ ਦਇਆ ਜਿਹੜੀ ਹੈ ਇਹ ਧਰਮ ਦਾ ਮੂਲ ਹੈ, ਮੁੱਢ ਹੈ। ਧੌਲ ਧਰਮ ਦਇਆ ਕਾ ਪੂਤ। ਤੇ ਜਦੋਂ ਸਤਿਗੁਰੂ ਜੀ ਨੇ ਖਾਲਸੇ ਦੀ ਸਾਜਨਾ ਕੀਤੀ, ਸਭ ਤੋਂ ਪਹਿਲਾਂ ਦਇਆ ਆਈ, ਉਸ ਤੋਂ ਬਾਅਦ ਧਰਮ। ਇਹ ਫਿਲਾਸਫੀ ਹੈ ਪੰਜ ਪਿਆਰੇ ਸਾਹਿਬਾਨਾਂ ਦੇ ਨਾਮ ਦੇ ਵਿੱਚ ਵੀ। ਦਇਆ ਆਈ, ਫਿਰ ਧਰਮ, ਫਿਰ ਹਿੰਮਤ, ਫਿਰ ਮੋਹਕਮ, ਤੇ ਫਿਰ ਸਾਹਿਬ। ਸੋ ਜਿਹਦੇ ਕੋਲ ਦਇਆ ਨਹੀਂ ਹੈ ਉਹ ਧਰਮ ਹੀ ਨਹੀਂ ਹੋ ਸਕਦਾ, ਜੋ ਮਰਜ਼ੀ ਹੋ ਜਾਏ। ਕਿਉਂਕਿ ਦਇਆ ਜਿਹੜੀ ਹੈ ਧਰਮ ਦੀ ਮਾਂ ਹੈ, ਧਰਮ ਦਾ ਮੂਲ ਹੈ। ਸਤਿਗੁਰੂ ਕਹਿੰਦੇ ਮਨ ਵਿੱਚ ਸੰਤੋਖ ਧਾਰਨ ਕਰੋ। ਹੁਣ ਸੰਤੋਖ ਹੋਣਾ ਵੀ ਬਹੁਤ ਜ਼ਰੂਰੀ ਹੈ। ਸਤਿਗੁਰੂ ਜੀ ਆਖਿਆ ਸੀ, ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ। ਜੇ ਬੰਦੇ ਕੋਲ ਸੰਤੋਖ ਨਹੀਂ ਹੈ ਤੇ ਬੰਦਾ ਕਦੇ ਵੀ ਰੱਜ ਨਹੀਂ ਸਕਦਾ, ਕਦੇ ਵੀ ਰੱਜੇਗਾ ਨਹੀਂ। ਰੱਜੇਗਾ ਸੰਤੋਖ ਦੇ ਨਾਲ ਹੀ। ਕਹਿੰਦੇ ਮਨ ਵਿੱਚ ਸੰਤੋਖ ਧਾਰਨ ਕਰੋ ਤੇ ਸਾਰੇ ਜੀਆਂ ਤੇ ਦਇਆ ਕਰੋ, ਭਾਵ ਤੇਰੇ ਅੰਦਰ ਦਇਆ ਆ ਜਾਏ। ਤੇ ਸਾਹਿਬ ਕਹਿੰਦੇ ਜੇ ਤੂੰ ਇਹ ਚੀਜ਼ਾਂ ਧਾਰਨ ਕਰ ਲਈਆਂ ਨਾ ਤੇ ਸਮਝ ਲੈ ਤੇਰਾ ਵਰਤ ਸੰਪੂਰਨ ਹੋ ਗਿਆ। ਇਨ ਬਿਦ ਵਰਤ ਸੰਪੂਰਨ ਭਇਆ। ਵਰਤ ਦਾ ਭਾਵ ਹੈ ਜਿਸ ਤਰ੍ਹਾਂ ਇਕਾਦਸ਼ੀ ਦਾ ਵਰਤ ਰੱਖਿਆ ਜਾਂਦਾ ਵੀ ਅੱਜ ਕੁਝ ਖਾਣਾ ਪੀਣਾ ਨਹੀਂ ਹੈ, ਨਿਰਜਲਾ ਵਰਤ ਲੋਕ ਰੱਖਦੇ ਨੇ। ਸਤਿਗੁਰੂ ਆਖਿਆ ਕੇਵਲ ਮਨ ਮਤ ਹੈ, ਪਰ ਜੇ ਤੂੰ ਸੱਚਮੁੱਚ ਪਰਮੇਸ਼ਰ ਨੂੰ ਅੰਗ ਸੰਗ ਜਾਣ ਲਵੇਂ, ਇੰਦਰੀਆਂ ਨੂੰ ਵਸ ਵਿੱਚ ਕਰ ਲਵੇਂ, ਮਨ ਵਿੱਚ ਸੰਤੋਖ ਧਾਰਨ ਕਰੇ, ਤੇਰੇ ਅੰਦਰ ਦਇਆ ਪੈਦਾ ਹੋ ਜਾਏ ਜੀਵਾਂ ਦੇ ਲਈ, ਕਹਿੰਦੇ ਸੱਚਮੁੱਚ ਜਾਣ ਲਈ ਤੇਰਾ ਵਰਤ ਸੰਪੂਰਨ ਹੋ ਗਿਆ ਹੈ। ਹੁਣ ਇਹ ਕੰਮ ਹੈ ਬੜਾ ਔਖਾ, ਇਸ ਕਰਕੇ ਇਹੋ ਜਿਹਾ ਵਰਤ ਕੋਈ ਨਹੀਂ ਰੱਖਦਾ। ਇਹੋ ਜਿਹਾ ਵਰਤ ਕੋਈ ਵੀ ਨਹੀਂ ਰੱਖੇਗਾ। ਬਾਹਰੀ ਵਿਖਾਵੇ ਮਾਤਰ ਤੇ ਸਾਰੇ ਕਹਿਣਗੇ ਜੀ ਵਰਤ ਰੱਖਿਆ ਏ, ਖਾਣਾ ਪੀਣਾ ਕੁਝ ਨਹੀਂ, ਭਾਵੇਂ ਅੰਦਰ ਖਾਤੇ ਸਾਰਾ ਕੁਝ ਛਕੀ ਛਕਾਈ ਜਾਣ। ਬਾਣੀ ਵਿੱਚ ਬਚਨ ਆਉਂਦਾ ਨਾ, ਕਈ ਬੰਦੇ ਕਹਿਣਗੇ ਜੀ ਬਾਬਾ ਜੀ ਛਕਦੇ ਕੁਝ ਨਹੀਂ, ਪ੍ਰਸ਼ਾਦੇ ਨੂੰ ਤੇ ਕਦੇ ਹੱਥ ਨਹੀਂ ਲਾਇਆ।
ਮਹਾਰਾਜ ਕਹਿੰਦੇ ਜਗ ਮੈਂ ਬਕਤੇ ਦੂਧਾ ਧਾਰੀ, ਗੁਪਤੀ ਖਾਵੇਂ ਵਟਕਾ ਸਾਰੀ। ਕਹਿੰਦੇ ਅੰਦਰ ਖਾਤੇ ਪਤਾ ਨਹੀਂ ਕੋਈ ਚੀਜ਼ ਛੱਡੀ ਉਹ ਨਹੀਂ ਹੋਣੀ, ਤੇ ਸੰਸਾਰ ਵਿੱਚ ਕਹਿਣਗੇ ਜੀ ਬਾਬੇ ਦੂਧਾ ਧਾਰੀ ਨੇ, ਕਈ ਕਹਿਣਗੇ ਜੀ ਬਾਬੇ ਪੌਣਾ ਧਾਰੀ ਪੌਣਾ ਆਹਾਰੀ ਨੇ, ਪਾਵਣ ਦਾ ਹੀ ਆਹਾਰ ਕਰਦੇ ਬਸ। ਕਿੱਡੀਆਂ ਹਾਸੋਹੀਣੀਆਂ ਗੱਲਾਂ ਨੇ। ਹਵਾ ਖਾ ਕੇ ਵੀ ਕੋਈ ਬੰਦਾ ਜਿਉਂਦਾ ਰਹਿ ਸਕਦਾ? ਇਹ ਦੁਨੀਆ ਨੂੰ ਵਿਖਾਵਾ ਕਰਨ ਦੇ ਲਈ ਸਾਰੇ ਅਡੰਬਰ ਰਚੇ ਜਾਂਦੇ ਨੇ। ਅਸਲ ਵਿੱਚ ਅੰਦਰ ਖਾਤੇ ਸਾਰਾ ਕੁਝ ਹੀ ਚੱਲਦਾ ਹੈ। ਹੁਣ ਜੇ ਸੂਰਜ ਚੜ੍ਹਨ ਤੋਂ ਪਹਿਲਾਂ ਚੰਗਾ ਰਾਸ਼ਨ ਪਾਣੀ ਰੱਜ ਕੇ ਖਾਧਾ ਜਾਏ ਤੇ ਫਿਰ ਚੰਦ ਵੇਖ ਕੇ ਫਿਰ ਪ੍ਰਸ਼ਾਦਾ ਪਾਣੀ ਛਕ ਲੈਣਾ। ਜੇ ਦਿਨੇ ਨਾਮ ਹੀ ਛਕਿਆ ਤੇ ਕੋਈ ਏਡੀ ਔਖੀ ਗੱਲ ਨਹੀਂ ਹੈਗੀ। ਤੋ ਇਹ ਨਾਮ ਲਿਆ ਜਾਂਦਾ ਵਰਤ ਤੇ ਬਾਕੀ ਦਿਨਾਂ ਨਾਲੋਂ ਜ਼ਿਆਦਾ ਰਾਸ਼ਨ ਖਾ ਜਾਂਦੇ ਲੋਕ ਉਸ ਦਿਨ। ਤੁਹਾਨੂੰ ਰੇੜੀਆਂ ਤੇ ਕੇਲੇ ਫਲ ਫਰੂਟ ਕੋਈ ਚੀਜ਼ ਨਹੀਂ ਲੱਭਣੀ। ਕਹਿਣਗੇ ਜੀ ਅੱਜ ਕੋਈ ਚੀਜ਼ ਨਹੀਂ ਮਿਲਦੀ, ਰੇੜੀਆਂ ਤੇ ਰੇਟ ਬੜੇ ਵੱਧ ਗਏ। ਕਹਿਣਗੇ ਜੀ ਵਰਤ ਹੈ ਤਾਂ ਕਰਕੇ ਫਲ ਫਰੂਟ ਕੋਈ ਚੀਜ਼ ਛੱਡੀ ਨਹੀਂ, ਸਾਰਾ ਬਾਜ਼ਾਰ ਖਾਲੀ ਕਰ ਦਿੱਤਾ। ਅਜੇ ਅਸੀਂ ਕਹਿੰਦੇ ਵਰਤ ਰੱਖਿਆ ਹੋਇਆ। ਸਤਿਗੁਰੂ ਕਹਿੰਦੇ ਜੇ ਆਹ ਵਰਤ ਅਸੀਂ ਧਾਰਨ ਕਰੀਏ ਨਾ, ਪਰਮੇਸ਼ਰ ਨੂੰ ਅੰਗ ਸੰਗ ਜਾਣੀਏ, ਇੰਦਰੀਆਂ ਨੂੰ ਵਸ ਵਿੱਚ ਕਰ ਲਈਏ, ਮਨ ਵਿੱਚ ਸੰਤੋਖ ਧਾਰਨ ਕਰੀਏ, ਸਾਰੇ ਜੀਆਂ ਪ੍ਰਤੀ ਸਾਡੇ ਮਨ ਵਿੱਚ ਦਇਆ ਆ ਜਾਏ, ਇਨ ਬਿਦ ਵਰਤ ਸੰਪੂਰਨ ਭਇਆ। ਇਹ ਸੰਪੂਰਨ ਵਰਤ ਹੈ। ਜਿਹੜਾ ਵੀ ਇਹ ਵਰਤ ਰੱਖ ਲੈਂਦਾ ਹੈ ਨਾ, ਉਹਨੂੰ ਕੀ ਕੀ ਪ੍ਰਾਪਤੀ ਹੁੰਦੀ ਹੈ। ਸਭ ਕਹਿੰਦੇ ਧਾਵਤ ਮਨ ਰਾਖੈ ਇੱਕ ਠਾਏ। ਕਹਿੰਦਾ ਉਹਦਾ ਮਨ ਫਿਰ ਭਟਕੇਗਾ ਨਹੀਂ, ਇੱਕ ਥਾਂ ਟਿਕਿਆ ਰਹੇਗਾ। ਮਨ ਦੀ ਭਟਕਣਾ ਖਤਮ ਹੋ ਜਾਏਗੀ ਉਹਦੀ। ਮਨ ਤਨ ਸੁਧ ਜਪਤ ਹਰ ਨਾਏ। ਕਹਿੰਦੇ ਉਹਦਾ ਮਨ ਤੇ ਤਨ ਦੋਵੇਂ ਸ਼ੁੱਧ ਹੋ ਜਾਣਗੇ, ਪਵਿੱਤਰ ਹੋ ਜਾਣਗੇ। ਮਨ ਵੀ ਤੇ ਤਨ ਵੀ ਪਵਿੱਤਰ ਹੋ ਜਾਣਗੇ, ਸੁੱਧ ਹੋ ਜਾਣਗੇ ਹਰੀ ਦਾ ਨਾਮ ਜਪਦਿਆਂ ਹੋਇਆਂ। ਇਹ ਵਰਤ ਰੱਖ ਕੇ, ਵਰਤ ਦੇ ਬਾਰੇ ਫਿਰ ਨਾ ਭੁਲੇਖਾ ਖਾ ਜਾਇਓ। ਵਰਤ ਮੈਂ ਕੋਈ ਇੱਥੇ ਪ੍ਰਸ਼ਾਦਾ ਪਾਣੀ ਛੱਡਣ ਨੂੰ ਨਹੀਂ ਕਹਿ ਰਿਹਾ। ਵਰਤ ਜੋ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ, ਸੰਤੋਖ ਧਾਰਨ ਕਰਨਾ, ਜੀਵਾਂ ਤੇ ਦਇਆ, ਇੰਦਰੀਆਂ ਨੂੰ ਵਸ ਕਰਕੇ ਹਰੀ ਨਾਮ ਸੁਣਨਾ ਤੇ ਰੱਬ ਨੂੰ ਅੰਗ ਸੰਗ ਜਾਣਨਾ, ਇਹ ਜੁਗਤੀ ਹੈ। ਸਤਿਗੁਰੂ ਕਹਿੰਦੇ ਤੇਰਾ ਤਨ ਵੀ ਤੇਰਾ ਮਨ ਵੀ ਪਵਿੱਤਰ ਹੋ ਜਾਏਗਾ। ਤੇ ਭਗਤ ਨਾਮਦੇਵ ਜੀ ਨੇ ਇਹੋ ਗੱਲ ਸਮਝਾਈ ਹੈ। ਭਗਤ ਜੀ ਸਾਡੇ ਸਾਹਮਣੇ ਬੜਾ ਪਿਆਰਾ ਸ਼ਬਦ ਉਹਦੇ ਰਾਹੀਂ ਸਮਝਾਉਂਦੇ ਨੇ। ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ, ਪਤਿਤ ਪਵਿੱਤ ਭਇ RAM ਕਹਿਤੇ ਹੀ। RAM ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਆਈ, ਇਕਾਦਸ਼ੀ ਵਰਤ ਰਹੇ ਕਾਹੇ ਕੋ ਤੀਰਥ ਜਾਈ। ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰਿਆ ਸਾਰੇ ਸੁੱਖ ਸਾਰੇ ਆਨੰਦ ਪ੍ਰਾਪਤ ਹੁੰਦੇ ਨੇ। ਕਹਿੰਦੇ ਕਿਤੇ ਭਟਕਣ ਦੀ ਲੋੜ ਨਹੀਂ। ਪੰਡਤ ਨਾਮ ਦਿਓ ਸੁਕਰਤ ਸਮਤ ਭਏ, ਗੁਰਮਤਿ RAM ਕਹਿ ਕੋ ਨਾ ਬਿਕੁੰਠ ਗਏ। ਕਹਿੰਦੇ ਦੱਸੋ ਭਾਈ ਕਿਹੜਾ ਮਨੁੱਖ ਹੈ ਜਿਹੜਾ ਬੰਦਗੀ ਕਰਦਾ ਸੀ ਤੇ ਉਹਨੂੰ ਸੁੱਖ ਨਹੀਂ ਮਿਲੇ? ਦੱਸੋ ਮੈਨੂੰ ਕਿਹੜਾ ਬੰਦਾ ਜਿਹਨੇ ਬੰਦਗੀ ਕੀਤੀ ਤੇ ਉਹਦੇ ਪਾਪ ਨਹੀਂ ਕੱਟੇ ਗਏ, ਉਹਦਾ ਜੀਵਨ ਪਵਿੱਤਰ ਨਹੀਂ ਹੋਇਆ? ਸੋ ਜਿਸ ਨੇ ਵੀ ਪਰਮੇਸ਼ਰ ਨੂੰ ਸਿਮਰਿਆ ਹੈ ਉਹਦੇ ਤੇ ਕਿਰਪਾ ਜ਼ਰੂਰ ਹੋਈ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਏਡੀ ਗਰੰਟੀ ਸਾਡੇ ਸਾਹਮਣੇ ਰੱਖ ਦਿੰਦੇ ਨੇ। ਸਤਿਗੁਰੂ ਕਹਿੰਦੇ ਤੂੰ ਭਲਿਆ ਯਤਨ ਕਰੀ, ਯਤਨ ਕਰਕੇ ਵੇਖੀ, ਥੋੜੇ ਤੋਂ ਥੋੜਾ ਸਮਾਂ ਵੀ ਉਹਦੀ ਯਾਦ ਵਿੱਚ ਜੁੜੇਗਾ ਨਾ, ਤੈਨੂੰ ਉਹਦਾ ਲਾਭ ਜ਼ਰੂਰ ਮਿਲੇਗਾ, ਫਲ ਜ਼ਰੂਰ ਮਿਲੇਗਾ। ਇਹ ਨਹੀਂ ਕਿ ਤੇਰੀ ਘੱਲ ਨਾ ਕਿਤੇ ਵਿਅਰਥ ਚਲੀ ਜਾਏਗੀ। ਕਹਿੰਦੇ ਅਕਾਲ ਪੁਰਖ ਕਿਰਪਾਲੂ ਹੈ, ਏਡਾ ਦਿਆਲੂ ਹੈ, ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਘਾਲੇ। ਸਾਡੀ ਇੱਕ ਤਿਲ ਮਾਤਰ ਵੀ ਘਾਲਣਾ ਜਿਹੜੀ ਹੈ ਨਾ, ਉਹ ਵਿਅਰਥ ਨਹੀਂ ਜਾਣ ਦਿੰਦਾ, ਸਾਨੂੰ ਉਹਦਾ ਫਲ ਮਿਲੇਗਾ। ਤੇ ਤਾਂ ਹੀ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵਾਰ-ਵਾਰ ਆਖਿਆ, ਕਬੀਰ ਏਕ ਘੜੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਕਿਨਕਾ ਇੱਕ ਜਸਦੀ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਤੇ ਸਾਹਿਬ ਜੀ ਅਖੀਰਲੇ ਬੰਦ ਵਿੱਚ ਕਹਿੰਦੇ ਨੇ, ਸਭ ਮਹਿ ਪੂਰ ਰਹੇ ਪਾਰ ਬ੍ਰਹਮ। ਕਹਿੰਦੇ ਜਦੋਂ ਤੂੰ ਅੰਗ ਸੰਗ ਜਾਣਿਆ ਵਾਹਿਗੁਰੂ ਨੂੰ, ਇੰਦਰੀਆਂ ਨੂੰ ਵਸ ਕਰਕੇ ਪਰਮੇਸ਼ਰ ਦਾ ਨਾਮ ਸੁਣਿਆ, ਮਨ ਵਿੱਚ ਸੰਤੋਖ ਧਾਰ ਲਿਆ,
ਕਹਿੰਦੇ ਤੇਰਾ ਇਹ ਮਨ ਤਨ ਤੇ ਪਵਿੱਤਰ ਹੋ ਹੀ ਜਾਏਗਾ। ਕਹਿੰਦੇ ਫਿਰ ਤੈਨੂੰ ਇਹ ਵੀ ਸਮਝ ਆਏਗੀ ਕਿ ਅਕਾਲ ਪੁਰਖ ਪਰਮੇਸ਼ਰ ਸਾਰਿਆਂ ਵਿੱਚ ਹੈ ਭਾਈ, ਸਾਰਿਆਂ ਵਿੱਚ ਹੀ। ਤੇਰੇ ਅੰਦਰੋਂ ਈਰਖਾ, ਨਫ਼ਰਤ, ਦਵੈਸ਼ ਸਾਰਾ ਕੁਝ ਮਿਟ ਜਾਏਗਾ ਜਦੋਂ ਤੂੰ ਵੇਖੇਗਾ ਕਿ ਸਾਰਿਆਂ ਦੇ ਵਿੱਚ ਹੀ ਅਕਾਲ ਪੁਰਖ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਹੁਣ ਮੈਂ ਗਿਲਾ ਸ਼ਿਕਵਾ ਕਿਹਦੇ ਨਾਲ, ਲਾਂਭਾ ਕਿਹਨੂੰ ਦਿਆਂ, ਲੜਾਈ ਕਿਹਦੇ ਨਾਲ ਕਰਾਂ, ਦੁਸ਼ਮਣ ਮੇਰਾ ਕਿਹੜਾ ਹੈ, ਸੱਜਣ ਕਿਹੜਾ ਹੈ? ਸਾਰਿਆਂ ਦੇ ਵਿੱਚ ਤੇ ਆਪ ਬੈਠਾ ਹੋਇਆ ਹੈ। ਨਾ ਕੋਈ ਮੇਰਾ ਦੁਸ਼ਮਣ ਰਿਹਾ। ਗੁਰੂ ਅਰਜਨ ਸਾਹਿਬ ਕਹਿੰਦੇ ਮੇਰਾ ਕੋਈ ਦੁਸ਼ਮਣ ਨਹੀਂ ਹੈ, ਨਾ ਹੀ ਕੋਈ ਬੁਰਾ ਹੈ, ਸਾਰੇ ਚੰਗੇ ਨੇ, ਸਾਰੇ ਭਲੇ ਨੇ, ਸਾਰਿਆਂ ਵਿੱਚ ਹੀ ਉਹਦਾ ਵਾਸਾ ਹੈ। ਕਹਿੰਦੇ ਫਿਰ ਇਹ ਸਮਝ ਆ ਜਾਏਗੀ ਕਿ ਪਰਮੇਸ਼ਰ ਸਾਰੀਆਂ ਥਾਵਾਂ ਤੇ ਆਪ ਭਰਪੂਰ ਵਰਤ ਰਿਹਾ ਹੈ। ਨਾਨਕ ਹਰ ਕੀਰਤਨ ਕਰ, ਅਟਲ ਇਹ ਧਰਮ। ਤੇ ਗੁਰੂ ਨਾਨਕ ਸਾਹਿਬ ਜੀ ਪੰਜਵੇਂ ਸਰੂਪ ਦੇ ਵਿੱਚ ਇਹ ਬੇਨਤੀ ਕਰਦੇ ਨੇ, ਹੁਕਮ ਲਾ ਰਹੇ ਨੇ। ਕਹਿੰਦੇ ਹੈ ਭਾਈ ਹਰ ਕੀਰਤਨ ਕਰ। ਕੀਰਤਨ ਦਾ ਮਤਲਬ ਜਸ ਗਾਉਣਾ, ਵਡਿਆਈ, ਸ਼ੋਭਾ। ਕਹਿੰਦੇ ਹਰੀ ਦੀ ਵਡਿਆਈ ਦੇ ਵਿੱਚ, ਉਹਦੀ ਸ਼ੋਭਾ ਵਿੱਚ, ਉਹਦੀ ਕੀਰਤੀ ਵਿੱਚ ਜੁੜਿਆ ਰਹੋ। ਅਟਲ ਇਹ ਧਰਮ। ਧਰਮ ਕਹਿੰਦੇ ਫਰਜ਼ ਨੂੰ, ਕਹਿੰਦੇ ਇਹ ਅਟਲ ਧਰਮ ਹੈ, ਇਹ ਪੱਕਾ ਨਿਯਮ ਹੈ ਕਿ ਤੈਨੂੰ ਜਿਸ ਕਾਰਜ ਵਾਸਤੇ ਦੇਹ ਮਿਲੀ ਹੈ ਉਹ ਕਾਰਜ ਕਰੇਗਾ ਤੇ ਤਾਂ ਹੀ ਦੇਹ ਦੀ ਸਫਲਤਾ ਹੋਵੇਗੀ। ਕਹਿੰਦੇ ਇਹ ਅਟਲ ਧਰਮ ਹੈ। ਤੇਰੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਮਕਸਦ ਹੈ, ਹਰੀ ਦੇ ਕੀਰਤਨ ਵਿੱਚ ਜੁੜੇ ਰਹਿਣਾ। ਤੇ ਜੇਕਰ ਕੀਰਤਨ ਵਿੱਚ ਜੁੜ ਗਿਆ, ਹੋਰ ਕਿਸੇ ਕਰਮ ਕਾਂਡ ਦੀ ਲੋੜ ਨਹੀਂ ਹੈ। ਤੇ ਜੇ ਕੀਰਤਨ ਦੇ ਵਿੱਚ ਨਾ ਜੁੜ ਸਕਿਆ, ਉਹਦੀ ਸਿਫਤ ਸਲਾਹ ਵਿੱਚ ਨਾ ਜੁੜ ਸਕਿਆ, ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਈ, ਸਾਹਿਬ ਕਹਿੰਦੇ ਉਹਦੀ ਕੀਮਤ ਬਹੁਤੀ ਪੈਣੀ ਨਹੀਂ, ਕੀਮਤ ਬਹੁਤੀ ਨਹੀਂ ਪੈਣੀ। ਜਪ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਕਹਿੰਦੇ ਤਿਲ ਮਾਤਰ ਬੜਾ ਥੋੜਾ ਜਿਹਾ ਮਾਨ ਮਿਲੇਗਾ, ਪਰ ਜਿਨ੍ਹਾਂ ਨੇ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਜਿਨ੍ਹਾਂ ਨੇ ਰੱਬੀ ਯਾਦ ਵਿੱਚ ਜੁੜੇ, ਜਿਹੜੇ ਪਰਮੇਸ਼ਰ ਦਾ ਨਾਮ ਸੁਣਿਆ, ਜਿਨ੍ਹਾਂ ਨੇ ਮੰਨਿਆ, ਮਨ ਵਿੱਚ ਵਸਾਇਆ, ਕਹਿੰਦੇ ਉਹਨਾਂ ਦੇ ਅੰਦਰ ਤੀਰਥ ਬਣ ਗਿਆ। ਅੰਦਰ ਹੀ ਉਹਨਾਂ ਦੇ ਅੰਦਰ ਹੀ ਤੀਰਥ ਬਣ ਗਿਆ ਤੇ ਅੰਦਰ ਹੀ ਉਹਨਾਂ ਨੇ ਆਪਣੇ ਮੈਲ ਨੂੰ ਲਾਹ ਲਿਆ। ਪਰ ਜਿਹੜੇ ਕਰਮ ਕਾਂਡਾਂ ਵਿੱਚ ਉਲਝੇ ਰਹੇ, ਸਤਿਗੁਰੂ ਕਹਿੰਦੇ ਉਹ ਆਪਣੇ ਜੀਵਨ ਦਾ ਮਕਸਦ ਜਿਹੜਾ ਹੈ ਉਹਦੇ ਵਿੱਚ ਪੂਰੇ ਨਹੀਂ ਹੋ ਸਕੇ। ਸਾਹਿਬ ਜੀ ਰਹਿਮਤ ਕਰਨ। ਜਿਸ ਵਰਤ ਦੀ ਗੱਲ ਸੱਚੇ ਪਾਤਸ਼ਾਹ ਨੇ ਇੱਥੇ ਦੱਸੀ ਹੈ, ਉਹ ਆਪਾਂ ਸਾਰਿਆਂ ਨੇ ਰੱਖਣਾ ਹੈ। ਤੇ ਇੱਕ ਦਿਨ ਨਹੀਂ, ਰੋਜ਼ ਹੀ ਇਹ ਧਾਰਨ ਕਰਾਂਗੇ ਤੇ ਤਾਂ ਤੇ ਸਾਡੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਇਹ ਅਵਸਥਾ ਪ੍ਰਾਪਤ ਹੋਵੇਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਨਾ ਚਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।